ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਤੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰਿਆ ਹੈ ਪਿਛਲੇ ਕੁਝ ਘੰਟਿਆਂ ਦੇ ਦੌਰਾਨ। ਇੱਕ ਤਾਂ ਜੰਮੂ 에ਅਰਫੋਰਸ ਦੇ ਵਿੱਚ 2 ਧਮਾਕੇ ਹੋਏ ਨੇ। ਇਹ ਬੜਾ ਹਾਈ ਸਿਕਿਉਰਿਟੀ ਵਾਲਾ ਏਅਰਪੋਰਟ ਹੈ ਅਤੇ ਏਅਰਫੋਰਸ ਸਟੇਸ਼ਨ ਦੇ ਵਿੱਚ ਧਮਾਕਾ ਖੇਜ ਸਮੱਗਰੀ ਦੇ ਨਾਲ 2 ਡਰੋਨ ਡਿੱਗਣ ਦੇ ਨਾਲ ਧਮਾਕੇ ਜਿਹੜੇ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਪਹਿਲੀ ਵਾਰੀ ਆ ਜਦੋਂ ਕਿ ਅੱਤਵਾਦੀਆਂ ਨੇ ਮਨੁੱਖ ਰਹਿਤ ਯੰਤਰ ਦੀ ਵਰਤੋਂ ਕਰਕੇ ਹਮਲਾ ਕੀਤਾ ਹੋਵੇ। ਧਮਾਕੇ 'ਚ 2 ਜਣੇ ਜ਼ਖਮੀ ਹੋਏ ਨੇ ਔਰ ਇਹਦੇ ਦੌਰਾਨ ਇਸ ਮਾਮਲੇ 'ਚ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਕੇਸ ਜਿਹੜਾ ਉਹ ਦਰਜ ਕੀਤਾ ਗਿਆ UAPA ਦੇ ਤਹਿਤ, ਅਤੇ ਇਹਦੇ ਮਾਮਲੇ ਦੀ ਜਾਂਚ ਜਿਹੜੀ ਆ ਉਹ NIA ਨੂੰ ਸੌਂਪੀ ਜਾ ਸਕਦੀ ਹੈ। ਇਹ ਕਿਹਾ ਜਾ ਰਿਹਾ ਕਿ ਪਹਿਲਾ ਧਮਾਕਾ ਕੋਈ 1:40 ਦੇ ਉੱਤੇ ਹੋਇਆ ਰਾਤ, ਜਿਹਦੇ ਨਾਲ ਹਵਾਈ ਅੱਡੇ ਦੇ ਤਕਨੀਕੀ ਖੇਤਰ ਦੀ ਇੱਕ ਇਮਾਰਤ ਜਿਹੜੀ ਢਹਿ ਗਈ। ਇਹਦੀ ਜਿਹੜੀ ਨਿਗਰਾਨੀ ਦੀ ਜ਼ਿੰਮੇਵਾਰੀ ਹਵਾਈ ਸੈਨਾ ਦੇ ਵੱਲੋਂ ਕੀਤੀ ਜਾਂਦੀ ਹੈ। ਦੂਜਾ ਧਮਾਕਾ ਇਹਦੇ ਤੋਂ 6 ਮਿੰਟ ਬਾਅਦ ਜ਼ਮੀਨ ਦੇ ਉੱਤੇ ਹੋਇਆ। ਇਹਦੇ ਵਿੱਚ 2 ਮੁਲਾਜ਼ਮ ਜਿਹੜੇ ਉਹ ਜ਼ਖਮੀ ਹੋਏ ਆ। ਇਹ ਕਿਹਾ ਜਾ ਰਿਹਾ ਕਿ ਅੱਤਵਾਦੀ ਹਮਲੇ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਦੋਂ ਕਿ ਕਾਲਿਆਂ ਨੇ ਇਹ ਵੀ ਦੱਸ ਦਿੱਤਾ ਕਿ ਇਹ ਕਿਹੜੇ ਮੁਲਕ ਦਾ ਜਿਹੜਾ ਉਹ ਕਾਰਾ ਹੋ ਸਕਦਾ, ਜਦੋਂ ਕਿ ਇੱਕ ਪਾਸੇ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਅਜੇ ਇਹ ਨਹੀਂ ਪਤਾ ਕਿ ਅੱਤਵਾਦੀ ਹਮਲਾ ਜਾਂ ਕੀ ਹੈ ਇਹ। ਜੰਮੂ ਹਵਾਈ ਅੱਡੇ ਦੇ ਉੱਤੇ ਕੌਮਾਂਤਰੀ ਸਰਹੱਦ ਵਿਚਾਲੇ ਕੋਈ 14 ਕਿਲੋਮੀਟਰ ਦਾ ਜਿਹੜੇ ਉਹ ਦੂਰੀ ਹੈ ਔਰ ਦੋਵੇਂ ਡਰੋਨ ਦੇ ਹਵਾਈ ਮਾਰਗ ਦਾ ਪਤਾ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜੰਮੂ ਹਮਲੇ ਤੋਂ ਬਾਅਦ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਵੀ ਹਾਈ ਅਲਰਟ ਜਿਹੜਾ ਉਹ ਕੀਤਾ ਗਿਆ। ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਸਖਤ ਕੀਤੇ ਗਏ ਆ। ਵੱਖੋ ਵੱਖਰੀਆਂ ਇਹਦੇ ਉੱਤੇ ਪ੍ਰਤੀਕਿਰਿਆਵਾਂ ਜਿਹੜੀਆਂ ਉਹ ਆ ਰਹੀਆਂ ਨੇ। ਕੁਛ ਕਹਿਣ ਵਾਲੇ ਇਹ ਕਹਿੰਦੇ ਆ ਕਿ ਜਿਹੜੀਆਂ ਸਿਆਸੀ ਧਿਰਾਂ ਦੇ ਨਾਲ ਗੱਲਬਾਤ ਕੀਤੀ ਆ ਪ੍ਰਧਾਨ ਮੰਤਰੀ ਹੋਰਾਂ ਨੇ, ਇਹ ਉਹਦੇ ਜਿਹੜਾ ਵਿਰੋਧ ਦੇ ਵਜੋਂ ਕੀਤਾ ਗਿਆ। ਪਰ ਦੂਜੇ ਕੁਛ ਜਿਹੜੇ ਪੱਖ ਨੇ ਉਹ ਵੀ ਦੱਸਦੇ ਨੇ ਕਿ ਇਉਂ ਇੱਕਦਮ ਤਿਆਰੀ ਤੋਂ ਬਿਨਾਂ ਕਦੀ ਹਮਲਾ ਨਹੀਂ ਕੀਤਾ ਜਾ ਸਕਦਾ। ਡਰੋਨ ਹਮਲਾ ਪਹਿਲਾਂ ਕੋਈ ਇੱਦਾਂ ਦਾ ਨਹੀਂ ਹੋਇਆ ਮੁਲਕ ਦੇ ਵਿੱਚ ਕਦੀ, ਡਰੋਨ ਦੇ ਨਾਲ ਜਿਹੜਾ ਕੀਤਾ ਗਿਆ ਹੋਵੇ। ਇਸ ਕਰਕੇ ਅਜੇ ਪਤਾ ਲਾਉਣਾ ਜਾਂ ਇਹਦੀ ਇਨਵੈਸਟੀਗੇਸ਼ਨ ਦੀ ਜਿਹੜੀ ਜੀ ਉਹ ਇੰਤਜ਼ਾਰ ਕੀਤੀ ਜਾਣੀ ਬਿਹਤਰ ਹੈ ਕਿ ਐਕਚੁਅਲੀ ਜਿਹੜਾ ਉਹ ਕੀ ਹੋਇਆ, ਬਜਾਏ ਇਹਦੇ ਕਿ ਇਹਨੂੰ ਝੱਟ ਦੇਣੀ ਕਿਸੇ ਦੇ ਉੱਤੇ ਜਿਹੜਾ ਉਹ ਥੋਪ ਦੇਣਾ ਕਿ ਫਲਾਂ ਨੇ ਜਿਹੜਾ ਉਹ ਕਰਾਇਆ ਹੋਇਆ। ਇੱਥੇ ਕਾਲਾਪਨ ਜਿਹੜਾ ਉਹੀ ਬਹੁਤਾ ਕੁਝ ਕਰਦਾ। ਜੇ ਦੇਖਿਆ ਜਾਵੇ ਤਾਂ ਪੁਲਵਾਮਾ ਦੇ ਵਿੱਚ ਕੀ ਕੁਝ ਹੋਇਆ ਸੀਗਾ ਔਰ ਬਾਅਦ ਦੇ ਵਿੱਚ ਕੀ ਸਾਹਮਣੇ ਜਿਹੜਾ ਉਹ ਆਈ ਜਾਂਦਾ, ਉਹ ਅੱਜ ਤੱਕ ਇੱਕ ਭੇਦ ਤਾਂ ਜਿਹੜਾ ਉਹ ਬਣਿਆ ਹੋਇਆ। ਇੱਥੇ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਸ਼ਨਿਚਰਵਾਰ ਨੂੰ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ਜਿਹੜਾ ਮਨਾਇਆ ਸੀਗਾ, ਜਿਹਨੇ ਕੇਂਦਰ ਦੀ ਸਰਕਾਰ ਨੂੰ ਇੱਕ ਵਾਰੀ ਫਿਰ ਜਿਹੜਾ ਉਹ ਵਕਤ ਤਾਂ ਪਾ ਦਿੱਤਾ। ਵਕਤ ਇਸ ਤਰ੍ਹਾਂ ਕਿ ਜਿਹੜੇ ਥਾਂ ਥਾਂ ਦੇ ਉੱਤੇ ਹੋਏ ਬਹੁਤ ਵੱਡੇ ਇਕੱਠ, ਜਿਹਦੇ 'ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਬਾਕੀ ਤਕਰੀਬਨ 11 ਸੂਬਿਆਂ ਦੇ ਵਿੱਚ ਥਾਂ ਥਾਂ ਦੇ ਉੱਤੇ ਰਾਜ ਭਵਨਾਂ ਦਾ ਘਿਰਾਓ ਕੀਤਾ ਗਿਆ। ਵੱਡੇ ਇਕੱਠ ਬਿਨਾਂ ਕਿਸੇ ਸ਼ੱਕ ਦੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਇਸ ਕਰਕੇ ਵਕਤ ਜ਼ਿਆਦਾ ਪਿਆ ਕਿ ਉੱਥੇ ਅਗਲੇ ਵਰ੍ਹੇ ਸ਼ੁਰੂਆਤ ਦੇ ਵਿੱਚ ਚੋਣਾਂ ਹੋਣੀਆਂ ਨੇ। ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਉੱਥੇ ਡਾਵਾਡੋਲ ਸਥਿਤੀ ਦੇ ਵਿੱਚ ਫਿਰਦੀ ਆ। ਉਹਨੂੰ ਇਹ ਲੱਗਦਾ ਕਿ ਕਿਸਾਨਾਂ ਦੀ ਇਸ ਇਕਜੁੱਟਤਾ ਦੇ ਨਾਲ ਉਹਨਾਂ ਦੀ ਚੋਣ ਦੇ ਉੱਤੇ ਵੱਡਾ ਜਿਹੜਾ ਉਹ ਫਰਕ ਪਊਗਾ। ਦੂਸਰਾ ਜਿਹੜਾ ਕਿਸਾਨਾਂ ਨੇ ਆਪਣੀ ਤਾਕਤ ਇੱਕ ਵਾਰੀ ਫਿਰ ਸ਼ੋਅ ਕੀਤੀ ਆ ਕਿ ਬੇਸ਼ੱਕ 7 ਮਹੀਨੇ ਹੋ ਗਏ ਆ, ਉਹਨਾਂ ਦੇ ਵਿੱਚ ਕੋਈ ਸਿਰੜ ਮੁੱਕਿਆ ਨਹੀਂ, ਉਹਨਾਂ ਦੇ ਵਿੱਚ ਜੋਸ਼ ਦੀ ਕੋਈ ਕਮੀ ਨਹੀਂ ਆਈ। ਉਹ ਉਸੇ ਤਰੀਕੇ ਦੇ ਨਾਲ ਅੱਜ ਵੀ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਆ। ਔਰ ਇੱਥੇ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ, ਇੱਕ ਪਾਸੇ ਤਾਂ ਉਹਨਾਂ ਨੇ ਰੋਕਾਂ ਵੀ ਲਾ ਲਈਆਂ, ਰੋਕਾਂ ਭੰਨਤੀਆਂ ਕਿਸਾਨਾਂ ਨੇ, ਉਹ ਭੰਨ ਕੇ ਅੰਦਰ ਚਲੇ ਗਏ। ਅੰਦਰ ਕਿਸੇ ਕਿਸਮ ਦੀ ਕੋਈ ਤੋੜ ਭੰਨ ਨਹੀਂ ਕੀਤੀ ਗਈ। ਚੰਡੀਗੜ੍ਹ ਦੇ ਵਿੱਚ ਕਿਸੇ ਜਗ੍ਹਾ ਦੇ ਤੋਂ ਕੋਈ ਖਬਰ ਨਹੀਂ ਆਈ ਕਿ ਕਿਸੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂ ਕੁਝ ਹੋਰ ਹੋਇਆ। ਉੱਥੇ ਫਿਰ ਨਾਕੇ ਲਾ ਕੇ ਜਿਹੜੇ ਇਹਨਾਂ ਨੇ ਰਾਜਪਾਲ ਨੂੰ ਮੈਮੋਰੰਡਮ ਦੇਣੇ ਸੀਗੇ ਰਾਸ਼ਟਰਪਤੀ ਦੇ ਵਾਸਤੇ, ਉਹ ਵੀ ਫੜ ਲਏ। ਉਹ ਫੜ ਕੇ ਜਿਹੜੇ ਕਿਸਾਨ ਜਥੇਬੰਦੀਆਂ ਸੀ ਉਹ ਆਪੋ ਆਪਣੇ ਘਰਾਂ ਨੂੰ ਮੁੜ ਗਈਆਂ।
ਭਾਵ ਕਿ ਉੱਥੋਂ ਲੋਕ ਵਾਪਸ ਆ ਗਏ। ਹੁਣ ਚੰਡੀਗੜ੍ਹ ਦੀ ਪੁਲਿਸ ਨੇ ਜਿਹੜਾ ਵੱਖ-ਵੱਖ ਲੋਕਾਂ ਦੇ ਉੱਤੇ ਮਾਮਲੇ ਦਰਜ ਕਰ ਲਏ ਆ। ਜਿਹੜੇ ਕਿਰਤੀ ਕਿਸਾਨ ਯੂਨੀਅਨ ਦਾ ਮੀਤ ਪ੍ਰਧਾਨ ਹੈ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਕਿਸਾਨ ਆਗੂ ਬਲਦੇਵ ਸਿੰਘ ਸਰਸਾ, ਪੰਜਾਬੀ ਗਾਇਕ ਜਿਨ੍ਹਾਂ ਜਸ ਬਾਜਵਾ, ਸੋਨੀਆ ਮਾਨ ਸ਼ਾਮਲ ਨੇ, ਵੱਖ-ਵੱਖ ਥਾਣਿਆਂ 'ਚ ਇਹਨਾਂ ਦੇ ਉੱਤੇ 5 ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਆ। ਕੇਸ ਜਿਨ੍ਹਾਂ ਦੇ ਉੱਤੇ ਦਰਜ ਕੀਤੇ ਗਏ ਉਹਦੇ 'ਚ ਲੱਖਾ ਸਿਧਾਣਾ ਵੀ ਜਿਹੜਾ ਉਹ ਸ਼ਾਮਲ ਹੈ। ਔਰ ਇਹ ਕਿਹਾ ਗਿਆ ਕਿ ਇਹਨਾਂ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਪੁਲਿਸ ਦੇ ਬੈਰੀਕੇਡ ਤੋੜ ਕੇ ਸ਼ਹਿਰ ਦੇ ਵਿੱਚ ਇਹ ਦਾਖਲ ਜਿਹੜਾ ਹੋਏ ਨੇ ਅਤੇ ਪੁਲਿਸ ਦੇ ਨਾਲ ਖਿੱਚ ਧੂ ਕਰਦਿਆਂ ਸਰਕਾਰੀ ਡਿਊਟੀ ਦੇ ਵਿੱਚ ਰੁਕਾਵਟ ਜਿਹੜੀ ਆ ਉਹ ਪੈਦਾ ਕੀਤੀ ਹੈ। ਸੈਕਟਰ 36 ਅਤੇ 17 ਦੇ ਥਾਣਿਆਂ ਦੇ ਵਿੱਚ ਇਹ 2-2 ਕੇਸ ਅਤੇ ਸੈਕਟਰ 3 ਦੇ ਵਿੱਚ ਦਰਜ ਇਹ ਕੀਤਾ ਗਿਆ ਮਾਮਲਾ। ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਕਹੀ ਆ ਕਿ ਜੇ ਵਾਪਸ ਇਹ ਨਾ ਲਏ ਗਏ ਤਾਂ ਮੋਰਚੇ ਦੇ ਵੱਲੋਂ ਅਗਲਾ ਅਨਾਊਂਸਮੈਂਟ ਜਿਹੜੀ ਆ ਉਹ ਕੀਤੀ ਜਾਊਗੀ। ਇਹ ਕਈ ਲੋਕਾਂ ਦੇ ਉੱਤੇ ਮਾਮਲੇ ਜਿਹੜੇ ਆ ਉਹ ਦਰਜ ਕੀਤੇ ਗਏ ਆ। ਇਹਨਾਂ ਜਿਹੜੇ ਇਹ ਗਾਇਕ ਨੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਉਹ ਕਿਉਂਕਿ ਅੱਖਾਂ ਦੇ ਵਿੱਚ ਇਸ ਕਰਕੇ ਸਰਕਾਰ ਦੇ ਰੜਕਦੇ ਆ ਕਿ ਉਹ ਲਗਾਤਾਰ ਕਿਸਾਨੀ ਹੱਕ ਦੇ ਵਿੱਚ ਬੋਲਦੇ ਰਹੇ ਆ ਔਰ ਕਿਸਾਨਾਂ ਦੇ ਵਾਸਤੇ ਗੀਤ ਤੱਕ ਜਿਹੜੇ ਉਹ ਗਾਉਂਦੇ ਰਹੇ ਆ। ਅਤੇ ਹੁਣ ਫਿਰ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਇਹ ਮਾਮਲਾ ਦਰਜ ਕਰ ਲਿਆ ਗਿਆ, ਡਰਾਉਣ ਦੇ ਜਿਹੜੇ ਉਹ ਯਤਨ ਨੇ ਇੱਕ ਕਿਸਮ ਦੇ ਨਾਲ। ਬੇਸ਼ੱਕ ਇਸ ਵੇਲੇ ਅਕਾਲੀ ਦਲ ਬਾਦਲ ਇਸ ਗੱਲ ਨੂੰ ਲੈ ਕੇ ਹੌਸਲੇ ਦੇ ਵਿੱਚ ਆ ਕਿ ਉਹਦਾ ਸਮਝੌਤਾ ਹਾਥੀ ਵਾਲਿਆਂ ਨਾਲ ਹੋ ਗਿਆ, ਭਾਵ ਕਿ ਬਸਪਾ ਦੇ ਨਾਲ ਉਹਦਾ ਸਮਝੌਤਾ ਹੋ ਗਿਆ, ਪਰ ਉਧਰ ਬਸਪਾ ਦੇ ਅੰਦਰ ਸਾਰਾ ਕੁਝ ਚੰਗਾ ਨਹੀਂਗਾ, ਕਿਉਂਕਿ ਬਸਪਾ ਦੀ ਜਿਹੜੀ ਬੇਇਤਬਾਰੀ ਆ ਉਹਦਾ ਚਰਚਾ ਸ਼ੁਰੂ ਤੋਂ ਹੁੰਦਾ ਰਿਹਾ ਕਿ ਬਸਪਾ ਦੇ ਸੁਪਰੀਮੋ ਦਾ ਨਹੀਂ ਪਤਾ ਕਿ ਉਹਨਾਂ ਨੇ ਕਦੋਂ ਕਿਹੋ ਜਿਹਾ ਫੈਸਲਾ ਜਿਹੜਾ ਉਹ ਲੈ ਲੈਣਾ। ਬਸਪਾ ਨੇ ਹੁਣ ਆਪਣੇ ਇੱਕ ਜਿਹੜਾ ਇਹਨਾਂ ਦਾ ਸਾਬਕਾ ਪ੍ਰਧਾਨ ਹੈ ਰਛਪਾਲ ਰਾਜੂ, ਉਹਨੂੰ ਪਾਰਟੀ 'ਚੋਂ ਕੱਢਤਾ। ਸਾਬਕਾ ਸੂਬਾ ਪ੍ਰਧਾਨ ਹੈ। ਇਹ ਦੇਖਿਆ ਜਾਵੇ ਤਾਂ ਕਰੀਮਪੁਰੀ ਹੋਰਾਂ ਦਾ ਵੀ ਹਸ਼ਰ ਤਕਰੀਬਨ ਪਾਰਟੀ ਨੇ ਇਸੇ ਕਿਸਮ ਦਾ ਜਿਹੜਾ ਉਹ ਕੀਤਾ ਸੀਗਾ। ਹੁਣ ਇਹ ਕਿਹਾ ਗਿਆ ਬਸਪਾ ਦੇ ਅੰਦਰ ਘਮਸਾਨ ਪੈ ਗਿਆ ਇਸ ਗੱਲ ਨੂੰ ਲੈ ਕੇ ਕਿ ਜਿਹੜੀਆਂ ਸੀਟਾਂ ਵੀ ਛੱਡੀਆਂ ਗਈਆਂ ਨੇ ਉਹ ਸਹੀ ਨਹੀਂ। ਬਸਪਾ ਦੇ ਜਿਹੜੇ ਇਹ ਆਗੂ ਨੇ ਉਹ ਇਹ ਕਹਿੰਦੇ ਆ ਕਿ ਜਿਨ੍ਹਾਂ ਸੀਟਾਂ ਦੇ ਉੱਤੇ ਬਸਪਾ ਦਾ ਆਧਾਰ ਹੈ ਉਹ ਤਾਂ ਅਕਾਲੀ ਦਲ ਬਾਦਲ ਨੂੰ ਛੱਡ ਦਿੱਤੀਆਂ ਗਈਆਂ, ਕਿ ਜਿੱਥੋਂ ਬਸਪਾ ਦੇ ਜਿੱਤਣ ਦੇ ਚਾਂਸਸ ਘੱਟ ਨੇ, ਜਿਹਦੇ ਵਿੱਚ ਕੁਝ ਜਨਰਲ ਸੀਟਾਂ ਨੇ, ਉਹ ਇਸ ਸਮਝੌਤੇ ਦੇ ਤਹਿਤ ਬਸਪਾ ਨੇ ਅਕਾਲੀ ਦਲ ਬਾਦਲ ਤੋਂ ਲੈ ਲਈਆਂ। ਜਿਹੜੀ ਬਸਪਾ ਹੈ ਉਹਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਸੀਟਾਂ ਇਸ ਗੱਠਜੋੜ ਦੇ ਵਿੱਚ ਛੱਡੀਆਂ ਗਈਆਂ ਨੇ ਉਹਨਾਂ ਦੇ ਵਿੱਚ ਕੋਈ ਤਬਦੀਲੀ ਜਿਹੜੀ ਉਹ ਨਹੀਂ ਕੀਤੀ ਜਾਊਗੀ। ਮਾਇਆਵਤੀ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਅਕਾਲੀ ਦਲ ਦੇ ਨਾਲ ਜਿਹੜਾ ਗੱਠਜੋੜ ਹੋਇਆ ਉਹਦੇ ਵਿੱਚ ਬਸਪਾ ਦੇ ਹਿੱਸੇ ਆਉਂਦੀਆਂ 20 ਸੀਟਾਂ ਦੇ ਵਿੱਚੋਂ ਕੋਈ ਸੀਟ ਬਦਲੀ ਨਹੀਂ ਜਾਊਗੀ। ਇਹਨਾਂ ਦੇ ਵਿੱਚੋਂ ਕੁਝ ਨੇਤਾ ਬਸਪਾ ਦੇ ਉੱਤਰ ਪ੍ਰਦੇਸ਼ ਵੀ ਗਏ ਸੀਗੇ ਮਿਲਣ ਦੇ ਵਾਸਤੇ, ਇਹ ਦੱਸਣ ਦੇ ਵਾਸਤੇ ਕਿ ਉਹ ਇਹਦਾ ਵਿਰੋਧ ਕਰਦੇ ਆ। ਹੁਣ ਰਛਪਾਲ ਰਾਜੂ ਨੂੰ ਪਾਰਟੀ ਦੇ ਵਿੱਚੋਂ ਕੱਢਣ ਤੋਂ ਬਾਅਦ ਕਿਉਂਕਿ ਜਸਬੀਰ ਸਿੰਘ ਗੜੀ ਨੇ ਉਹਨੂੰ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਜਿਹੜੀ ਪੋਸਟ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਬਸਪਾ ਅਕਾਲੀ ਦਲ ਬਾਦਲ ਹੈ ਉਹ ਲੜਨਗੇ ਉਹੀ ਸੀਟਾਂ ਜਿਹੜੀਆਂ ਦੇ ਉੱਤੇ ਸਮਝੌਤਾ ਉਹਨਾਂ ਦਾ ਹੋਇਆ, ਅਤੇ ਅਕਾਲੀ ਦਲ ਜਿਹੜਾ 97 ਸੀਟਾਂ ਦੇ ਉੱਤੇ ਲੜੂਗਾ 20, ਅਤੇ ਬਸਪਾ ਜਿਹੜੀ ਉਹ ਲੜੂਗੀ। ਇਹ ਕਿਹਾ ਗਿਆ ਕਿ ਹਾਈ ਕਮਾਂਡ ਦਾ ਇਹ ਅੰਤਮ ਫੈਸਲਾ। ਗੜੀ ਹੋਰਾਂ ਨੇ ਜਿਹੜੀ ਇਹ ਗੱਲ ਕਹੀ ਹੈ। ਇਹ ਵੀ ਕਿਹਾ ਕਿ ਗੁੰਮਰਾਹ ਕੁੰਨ ਪ੍ਰਚਾਰ ਕਰਦਿਆਂ ਸਾਬਕਾ ਸੂਬਾ ਪ੍ਰਧਾਨ ਰਛਪਾਲ ਰਾਜੂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਜਸਬੀਰ ਸਿੰਘ ਗੜੀ ਦੇ ਸਾਈਨਾਂ ਦੇ ਹੇਠ ਜਾਰੀ ਕੀਤੇ ਗਏ ਇਸ ਬਿਆਨ ਦੇ ਵਿੱਚ ਰਾਜੂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਇਆ ਗਿਆ। ਉਧਰ ਬਸਪਾ ਦੇ ਸੀਨੀਅਰ ਆਗੂ ਤੇ ਪਾਰਟੀ 'ਚ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਹੋਏ ਸਮਝੌਤੇ ਤਹਿਤ ਹਾਰੀਆਂ ਜਾਣ ਵਾਲੀਆਂ ਸੀਟਾਂ ਲੈਣ ਦੇ ਦੋਸ਼ ਲਾਉਂਦਿਆਂ ਵਿਰੋਧ ਵਜੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਹਨੇ ਦੋਸ਼ ਇਹ ਲਾਇਆ ਕਿ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੇ ਪਾਰਟੀ ਦੀ ਕੌਮੀ ਪ੍ਰਧਾਨ ਨੂੰ ਗੁੰਮਰਾਹ ਕੀਤਾ। ਇਹ ਜਿਹੜਾ ਸ਼ਾਲੀਮਾਰ ਹੈ ਉਹਨੇ ਇਹ ਗੱਲ ਕਹੀ ਆ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਬਸਪਾ ਵਰਕਰਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਨਿਰਾਸ਼ਾ ਪਾਈ ਜਾ ਰਹੀ ਆ। ਉਧਰ ਪਾਰਟੀ 'ਚੋਂ ਕੱਢੇ ਜਾਣ ਬਾਰੇ
ਰਾਜੂ ਨੇ ਕਿਹਾ ਕਿ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਕੋਲੇ ਉਹਨਾਂ ਦੇ ਬਾਰੇ 'ਚ ਗਲਤ ਸ਼ਿਕਾਇਤਾਂ ਕੀਤੀਆਂ ਗਈਆਂ ਨੇ। ਉਹ ਇਹ ਕਹਿੰਦਾ ਕਿ ਗੜਸ਼ੰਕਰ ਨਗਰ ਕੌਂਸਲ ਦੇ ਵਿੱਚ ਉਹਦੀ ਪਤਨੀ ਮੀਤ ਪ੍ਰਧਾਨ ਹੈ, ਉਹ ਬਿਜ਼ੀ ਸੀ ਤੇ ਉਹ ਜ਼ਰੂਰੀ ਫੰਡ ਆਪਣੇ ਵਾਰਡ ਦੇ ਵਾਸਤੇ ਕਢਾਉਣ ਦੇ ਵਾਸਤੇ ਚਲੇ ਗਿਆ ਤੇ ਰੌਲਾ ਇਹ ਪਾ ਦਿੱਤਾ ਗਿਆ ਕਿ ਉਹ ਕਾਂਗਰਸ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਰਿਹਾ। ਇਹ ਬਸਪਾ ਦੇ ਵਿੱਚ ਪਿਆ ਖਲਾਰਾ ਜਿਹੜਾ ਉਹ ਬਿਨਾਂ ਕਿਸੇ ਸ਼ੱਕ ਦੇ ਤਕੜੀ ਵਾਲਿਆਂ ਲਈ ਜਿਹੜਾ ਉਹ ਫਿਕਰਮੰਦੀ ਹੈ ਕਿ ਅਜੇ ਤਾਂ ਸਮਝੌਤਾ ਹੋਇਆ ਹੀ ਆ ਤੇ ਚੋਣਾਂ ਦੇ ਵਿੱਚ ਤਾਂ ਵਾਹਵਾ ਸਮਾਂ ਪਿਆ, ਉਹ ਨਾ ਹੋਵੇ ਕਿ ਉਦੋਂ ਤੱਕ ਕਹਾਣੀ ਹੋਰ ਹੀ ਪਾਸੇ ਨੂੰ ਤੁਰ ਪਏ। ਪੰਜਾਬ ਦੇ ਵਿੱਚ ਇਸ ਵੇਲੇ ਬਿਜਲੀ ਸੰਕਟ ਜਿਹੜਾ ਉਹ ਫੇਰ ਮੰਡਰਾ ਰਿਹਾ। ਇੰਨੇ ਬੁਰੇ ਹਾਲਾਤ ਨੇ ਸਰਕਾਰ ਦੇ ਕਿ ਸਰਕਾਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਤੋਂ ਇਹ ਬਿਜਲੀ ਖਰੀਦਦੀ ਆ, ਜਿਹੜਾ ਰਾਜ ਕਰਾਂਗੇ 25 ਸਾਲ ਵਾਲਿਆਂ ਨੇ 25 ਸਾਲ ਦੇ ਸਮਝੌਤੇ ਕੀਤੇ ਆ, ਉਸ ਮਾਮਲੇ ਦੇ ਵਿੱਚ ਨਾ ਤਾਂ ਉਹਨਾਂ ਨੂੰ ਪੁੱਛ ਸਕਦੀ ਆ ਸਰਕਾਰ, ਨਾ ਉਹਨਾਂ ਦੇ ਉੱਤੇ ਕੋਈ ਜੁਰਮਾਨਾ ਲਾ ਸਕਦੀ ਹੈ। ਬਿਜਲੀ ਖਰੀਦ ਸਮਝੌਤਿਆਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਲੌਜ਼ ਨਹੀਂ ਪਾਈ ਗਈ ਜਿਹਦੇ 'ਚ ਪੀਕ ਸੀਜ਼ਨ ਦੇ ਵਿੱਚ ਇਹਨਾਂ ਥਰਮਲ ਪਲਾਂਟ ਨੂੰ ਬਿਜਲੀ ਸਪਲਾਈ ਦੇਣਾ ਲਾਜ਼ਮੀ ਕਰਾਰ ਦਿੱਤਾ ਹੋਵੇ। ਝੋਨੇ ਦੇ ਸੀਜ਼ਨ ਦੇ ਵਿੱਚ ਪਏ ਰੌਲੇ ਤੋਂ ਬਾਅਦ ਸਿਆਸੀ ਤੌਰ ਦੇ ਉੱਤੇ ਵੀ ਬਿਜਲੀ ਖਰੀਦ ਸਮਝੌਤੇ ਜਿਹੜੇ ਮੁੱਖ ਮੁੱਦੇ ਵਜੋਂ ਉੱਭਰਨੇ ਸ਼ੁਰੂ ਹੋ ਗਏ ਨੇ। ਪਾਵਰਕਾਮ ਇਹਨਾਂ ਪ੍ਰਾਈਵੇਟ ਥਰਮਲਾਂ ਨੂੰ 31 ਮਾਰਚ 2021 ਤੱਕ 18,850 ਕਰੋੜ ਰੁਪਏ ਫਿਕਸ ਡਿਪਾਜ਼ਿਟ ਵਜੋਂ ਤਾਰ ਚੁੱਕਿਆ, ਜਦੋਂ ਕਿ 900 ਕਰੋੜ ਰੁਪਈਆ ਬਿਨਾਂ ਬਿਜਲੀ ਸਪਲਾਈ ਲਈ ਦਿੱਤਾ ਗਿਆ। ਔਰ ਇੰਨੀ ਵੱਡੀ ਅਦਾਇਗੀ ਦੇ ਬਾਵਜੂਦ ਝੋਨੇ ਦੇ ਜਿਹੜਾ ਇੱਥੇ ਸੀਜ਼ਨ ਦੇ ਵਿੱਚ ਪ੍ਰਾਈਵੇਟ ਥਰਮਲਾਂ ਦੇ ਵੱਲੋਂ ਬਿਜਲੀ ਸਪਲਾਈ ਨਾ ਦਿੱਤੇ ਜਾਣ ਦੀ ਸੂਰਤ ਦੇ ਵਿੱਚ ਪੰਜਾਬ ਸਰਕਾਰ ਦੇ ਕੋਲੇ ਡੰਡਾ ਖੜਕਾਉਣ ਦੀ ਤਾਕਤ ਹੀ ਕੋਈ ਨਹੀਂ ਹੈਗੀ। ਤਲਵੰਡੀ ਸਾਬੋ ਪਾਵਰ ਪਲਾਂਟ ਦਾ ਯੂਨਿਟ 3-8 ਮਾਰਚ ਤੋਂ ਬੰਦ ਪਿਆ, ਜਿਹਦੇ ਖਿਲਾਫ ਕੋਈ ਸਟੈਪ ਨਹੀਂ ਲਿਆ ਜਾ ਰਿਹਾ। ਗੱਠਜੋੜ ਸਰਕਾਰ ਦੇ ਵੇਲੇ ਤਲਵੰਡੀ ਸਾਬੋ ਪਾਵਰ ਪਲਾਂਟ, ਰਾਜਪੁਰਾ ਥਰਮਲ ਪਲਾਂਟ, ਗੋਇੰਦਵਾਲ ਥਰਮਲ ਪਲਾਂਟ ਤੇ 3920 ਮੈਗਾਵਾਟ ਸਮਰੱਥਾ ਦੇ ਬਿਜਲੀ ਖਰੀਦ ਸਮਝੌਤੇ ਹੋਏ ਸੀਗੇ। ਰਾਜਪੁਰਾ ਜਿਹੜਾ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਨਾਲ 1 ਸਤੰਬਰ 2008 ਤੇ ਰਾਜਪੁਰਾ ਥਰਮਲ ਪਲਾਂਟ ਦੇ ਨਾਲ 18 ਜਨਵਰੀ 2010 ਨੂੰ ਬਿਜਲੀ ਖਰੀਦ ਸਮਝੌਤਾ ਹੋਇਆ ਸੀਗਾ। ਇਹਨਾਂ ਸਮਝੌਤਿਆਂ ਦੇ ਵਿੱਚ ਤਿੰਨੋਂ ਪ੍ਰਾਈਵੇਟ ਥਰਮਲ ਕਿਸੇ ਵੀ ਵਜ੍ਹਾ ਕਰਕੇ ਸਾਲ 'ਚ 91 ਦਿਨ ਲਗਾਤਾਰ ਬਿਜਲੀ ਸਪਲਾਈ ਨਾ ਵੀ ਦੇਣ ਤਾਂ ਵੀ ਉਹਨਾਂ 'ਤੇ ਕੋਈ ਜੁਰਮਾਨਾ ਨਹੀਂ ਲਾਇਆ ਜਾ ਸਕਦਾ। ਜੇ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਕੋਈ ਇੱਕ ਯੂਨਿਟ ਸਾਲ ਦੇ ਵਿੱਚ 273 ਦਿਨ, ਰਾਜਪੁਰਾ ਤੇ ਗੋਇੰਦਵਾਲ ਸਾਹਿਬ ਥਰਮਲ ਦਾ ਇੱਕ ਯੂਨਿਟ ਸਾਲ ਦੇ ਵਿੱਚ 182 ਦਿਨ ਬਿਨਾਂ ਕਿਸੇ ਕਾਰਨ ਬਿਜਲੀ ਸਪਲਾਈ ਨਹੀਂ ਦਿੰਦਾ ਤਾਂ ਵੀ ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਕੀਤਾ ਜਾ ਸਕਦਾ। ਫਿਕਸਡ ਚਾਰਜਸ ਜਿਹੜੇ ਨੇ ਤਾਂ ਤਲਵੰਡੀ ਸਾਬੋ ਪਲਾਂਟ ਦੀ 80% ਤੇ ਰਾਜਪੁਰਾ ਥਰਮਲ ਦੀ 85% ਪਲਾਂਟ ਜਿਹੜੀ ਉਪਲਬਧਤਾ ਹੈ ਉਹਨਾਂ ਨੂੰ ਪੂਰੇ ਫਿਕਸ ਚਾਰਜਸ ਜਿਹੜੇ ਉਹ ਦੇਣੇ ਪੈਣਗੇ। ਤਲਵੰਡੀ ਸਾਬੋ ਪਲਾਂਟ ਦੇ ਵਿੱਚ ਲਗਾਤਾਰ 71 ਤੇ ਰਾਜਪੁਰਾ ਪਲਾਂਟ 55 ਦਿਨ ਬੰਦ ਰਹਿੰਦਾ ਤੇ ਉਹਦੇ ਵਿੱਚ ਫਿਕਸ ਚਾਰਜਸ ਦੇ ਉੱਤੇ ਕੋਈ ਕੱਟ ਜਿਹੜਾ ਉਹ ਨਹੀਂ ਲੱਗਦਾ, ਮਤਲਬ ਕਿ ਉਹਨਾਂ ਨੂੰ ਪੈਸੇ ਜਿਹੜੇ ਉਹ ਦੇਣੇ ਹੀ ਪੈਂਦੇ ਆ। ਇਹ ਹੁੰਦਾ ਜੀ ਰਾਜ ਕਰਾਂਗੇ 25 ਸਾਲ, ਮਤਲਬ ਕਿ 25 ਸਾਲ ਰਾਜ ਜਿਹੜਾ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾਂਦਾ। ਜਦੋਂ ਇੱਕ ਪਾਸੇ ਜਿਹੜੇ ਸਿਆਸੀ ਲੋਕ ਨੇ ਜਦੋਂ ਸਿਆਸਤ ਦੇ ਵਿੱਚ ਆਉਂਦੇ ਨੇ ਤੇ ਫਿਰ ਕਿੰਨੇ ਉਹ ਅਮੀਰ ਦਿਨਾਂ ਦੇ ਵਿੱਚ ਹੋ ਜਾਂਦੇ ਆ। ਇਹ ਸਮਝੌਤੇ ਵੀ ਉਹਨਾਂ ਦੀ ਇੱਕ ਦੇਣ ਹੀ ਆ। ਪਰ ਇੱਥੇ ਨਿਹਾਲ ਸਿੰਘ ਵਾਲਾ ਦੇ ਵਿੱਚ 20 ਸਾਲ ਵਿਧਾਇਕ ਤੇ 10 ਸਾਲ ਪਿੰਡ ਦੀ ਸਰਪੰਚੀ ਕਰਨ ਵਾਲਾ ਕਾਮਰੇਡ ਸੱਗੜ ਸਿੰਘ ਰੌਂਤਾ ਦਾ ਪਰਿਵਾਰ ਅੱਜ ਵੀ ਗਰੀਬੀ ਭੁਗਤਣ ਦੇ ਵਾਸਤੇ ਮਜਬੂਰ ਹੈ। ਸੱਗੜ ਸਿੰਘ ਰੌਂਤਾ 2 ਵਾਰੀ 1972 ਤੋਂ 77, 82 ਤੋਂ 87 ਤੇ ਉਹਨਾਂ ਦਾ ਪੁੱਤ ਅਜਾਇਬ ਸਿੰਘ 2 ਵਾਰੀ 92 ਤੋਂ 97 ਤੇ 2002 ਤੱਕ ਹਲਕਾ ਨਿਹਾਲ ਸਿੰਘ ਵਾਲਾ ਤੋਂ CPI ਦਾ ਵਿਧਾਇਕ ਰਿਹਾ। ਬਾਅਦ ਦੇ ਵਿੱਚ ਵਿਧਾਇਕ ਅਜਾਇਬ ਸਿੰਘ ਦਾ ਮੁੰਡਾ ਕੁਲਦੀਪ ਸਿੰਘ 1996 ਤੋਂ 2001 ਤੱਕ ਪਿੰਡ ਦਾ ਸਰਪੰਚ ਰਿਹਾ। 2014 ਤੋਂ 19 ਤੱਕ ਅਜਾਇਬ ਸਿੰਘ ਦੀ ਨੂੰਹ ਸਰਬਜੀਤ ਕੌਰ ਪਿੰਡ ਦੀ ਸਰਪੰਚ ਰਹੀ। ਇਮਾਨਦਾਰੀ ਤੇ ਚੱਲਦਿਆਂ ਇਹਨਾਂ ਦੇ ਘਰ ਦੀ ਮਾਲੀ ਹਾਲਤ ਖਸਤਾ ਹੁੰਦੀ ਗਈ। ਸੱਗੜ ਸਿੰਘ ਦਾ ਕਰਜ਼ਾ ਲੈ ਕੇ ਬਣਾਇਆ ਮਕਾਨ ਨੀਵਾਂ ਹੋ ਗਿਆ। 20 ਸਾਲ ਹਲਕਾ ਵਿਧਾਇਕ ਤੇ 10 ਸਾਲ ਪਿੰਡ ਦੀ ਸਰਪੰਚੀ ਕਰਨ ਵਾਲੇ ਪਰਿਵਾਰ ਦੇ ਕੋਲੇ ਛੱਤਾਂ ਬਦਲਣ, ਮਕਾਨ ਉੱਚਾ ਕਰਨ ਦੀ ਹਿੰਮਤ ਹੀ ਨਹੀਂ ਹੈ।
ਇਸ ਪਰਿਵਾਰ ਨੇ ਨਾ ਕੋਈ ਜ਼ਮੀਨ ਜਾਇਦਾਦ ਬਣਾਈ ਆ, ਨਾ ਕੋਈ ਕਾਰੋਬਾਰ, ਨਾ ਕੋਈ ਟਰਾਂਸਪੋਰਟ। ਸਰਪੰਚ ਰਹੀ ਸਰਬਜੀਤ ਕੌਰ ਮਨਰੇਗਾ ਦੇ ਵਿੱਚ ਮਜ਼ਦੂਰੀ ਕਰਦੀ ਹੈ। ਉਹਦਾ ਪਤੀ ਗੁਰਸੇਵਕ ਸਿੰਘ ਬੇਰੁਜ਼ਗਾਰ ਹੈ। ਅਜਾਇਬ ਸਿੰਘ ਦੀ ਪਤਨੀ ਅਮਰਜੀਤ ਕੌਰ ਆਪਣੇ ਦੂਜੇ ਪੁੱਤ ਕੋਲੇ ਰਹਿ ਰਹੀ ਹੈ, ਉਹ ਵੀ ਸਰਕਾਰੀ ਨੌਕਰੀ ਨਹੀਂ ਲੱਗ ਸਕਿਆ। ਮਰਹੂਮ ਸਰਪੰਚ ਕੁਲਦੀਪ ਸਿੰਘ ਦੀ ਪਤਨੀ ਨੂੰ ਵੀ ਨਰਸਿੰਗ ਕੀਤੀ ਹੋਣ ਦੇ ਬਾਵਜੂਦ ਕੋਈ ਨੌਕਰੀ ਜਿਹੜੀ ਉਹ ਨਹੀਂ ਮਿਲੀ। ਖਸਤਾ ਹਾਲਤ ਦੇ ਵਿੱਚ ਖੜਾ ਮਕਾਨ ਸੱਗੜ ਸਿੰਘ ਦੀ ਸੱਚ ਤੇ ਇਮਾਨਦਾਰੀ ਦੀ ਬਣਾਈ ਮਿਸਾਲ ਤਾਂ ਪੈਦਾ ਕਰ ਰਿਹਾ, ਪਰ ਆਰਥਿਕ ਥੋੜਾਂ ਦੇ ਮਾਰੇ ਇਸ ਪਰਿਵਾਰ ਨੂੰ ਭਵਿੱਖ ਦਾ ਫਿਕਰ ਵੀ ਜਿਹੜਾ ਉਹ ਖਾ ਰਿਹਾ। ਇਸੇ ਕਰਕੇ ਕਿਹਾ ਜਾਂਦਾ ਨਾ ਕਿ ਸਿਆਸਤ ਦੇ ਵਿੱਚ ਕੋਈ ਇਮਾਨਦਾਰ ਵਿਅਕਤੀ ਦਾ ਕੋਈ ਕੰਮ ਨਹੀਂ। ਉਹ ਇੱਥੇ ਆ ਕੇ ਆਪਣਾ ਜਿਹੜਾ ਸਿਰ ਹੈ ਉਹ ਕੰਧਾਂ ਦੇ ਵਿੱਚ ਮਾਰੂਗਾ, ਹੋਰ ਉਹ ਕੁਝ ਨਹੀਂ ਇਹਦੇ ਵਿੱਚ ਕਰ ਸਕਦਾ। ਜਾਂ ਤਾਂ ਉਹ ਇੰਨੇ ਪੈਸੇ ਬਣਾ ਲੇ ਕਿ ਅੱਗੋਂ ਫਿਰ ਚੋਣਾਂ ਜਿੱਤੇ, ਜਾਂ ਇੰਨੇ ਪੈਸੇ ਜਿਵੇਂ ਸਿਆਸਤਦਾਨਾਂ ਨੇ ਬਣਾ ਲਏ ਨੇ ਕਿ ਜੇ ਉਹਨਾਂ ਦੀਆਂ ਪੁਸ਼ਤਾਂ ਵੀ ਬੈਠੀਆਂ ਖਾਈ ਜਾਣ ਤੇ ਉਹ ਪੈਸੇ ਜਿਹੜੇ ਉਹ ਕਦੇ ਮੁੱਕਦੇ ਨਹੀਂ। ਕਾਂਗਰਸ ਹਾਈ ਕਮਾਨ ਦੇ ਵੱਲੋਂ ਕਾਇਮ ਕੀਤੀ ਜਿਹੜੀ ਕਮੇਟੀ ਆ, ਉਹਦੇ ਵੱਲੋਂ ਜਿਹੜੀਆਂ ਸੱਦੀਆਂ ਮੀਟਿੰਗਾਂ ਨੇ, ਉਸ ਤੋਂ ਬਾਅਦ ਭਾਵੇਂ ਨਵਜੋਤ ਸਿੰਘ ਸਿੱਧੂ ਦੀਆਂ ਵਿਰੋਧੀ ਸੁਰਾਂ ਜਿਹੜੀਆਂ ਮੱਠੀਆਂ ਪੈ ਗਈਆਂ ਨੇ, ਪਰ ਮੀਟਿੰਗ ਮਗਰੋਂ ਹਾਈ ਕਮਾਨ ਵੱਲੋਂ ਧਾਰੀ ਚੁੱਪ ਤੋਂ ਖਫਾ ਹੋ ਕੇ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਤੋੜਨੀ ਪਈ ਆ। ਉਹਨੇ ਪਿਛਲੇ ਦਿਨੀ ਮੁੱਖ ਮੰਤਰੀ ਦੇ ਖਿਲਾਫ ਖੂਬ ਭੜਾਸ ਕੱਢੀ ਸੀਗੀ, ਸ਼ਾਇਦ ਹਾਈ ਕਮਾਨ ਨੇ ਹੁਣ ਰੋਕਤਾ। ਹੁਣ ਉਹ ਲਗਾਤਾਰ ਬਾਦਲ ਪਰਿਵਾਰ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸੇਧ ਰਿਹਾ, ਲਗਾਤਾਰ ਟਵੀਟ ਕਰਕੇ ਬਾਦਲ ਪਰਿਵਾਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਿਹੜਾ ਉਹ ਜਾ ਰਿਹਾ। ਔਰ ਇਹ ਜਿਹੜਾ ਬੇਅਦਬੀ ਕਾਂਡ ਨੂੰ ਲੈ ਕੇ ਉਹ ਲਗਾਤਾਰ ਟਵੀਟ ਕਰ ਰਿਹਾ। ਔਰ ਇੱਕ ਟਵੀਟ ਉਹਨੇ ਜਿਹੜਾ ਕਰਕੇ ਇਹ ਗੱਲ ਕਹੀ ਆ, ਡੀਜੀਪੀ ਦੇ ਉੱਤੇ ਉਹਨੇ ਨਿਸ਼ਾਨਾ ਸਾਧਿਆ ਔਰ ਇਹ ਕਿਹਾ ਡੀਜੀਪੀ ਨੂੰ ਕਿ ਡੀਜੀਪੀ ਬਿਕਰਮ ਸਿੰਘ ਮਜੀਠੀਏ ਦਾ ਕੀ ਬਣਿਆ। ਡਰੱਗ ਵਾਲੇ ਕੇਸ ਦਾ ਚਰਚਾ ਜਿਹੜਾ ਉਹ ਕਰਦਿਆਂ ਹੋਇਆ ਇਹ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ। ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਹਾਈ ਕਮਾਂਡ ਆਉਂਦੇ ਦਿਨਾਂ ਦੇ ਦੌਰਾਨ ਮਾਝਾ, ਮਾਲਵਾ ਤੇ ਦੁਆਬਾ ਦੇ ਵਿੱਚ 3 ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਲਾ ਸਕਦੀ ਹੈ, ਕਿਉਂਕਿ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਇਸ ਵੇਲੇ ਇਸ ਸਾਰੀ ਸਮੱਸਿਆ ਦਾ ਹੱਲ ਕੱਢਣ ਦੇ ਵਾਸਤੇ ਲਗਾਤਾਰ ਮੀਟਿੰਗਾਂ ਕਰ ਰਹੀ ਹੈ। ਰਾਹੁਲ ਗਾਂਧੀ ਨੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ, ਹੁਣ 8-8 ਵਿਧਾਇਕਾਂ ਦੇ ਨਾਲ ਇਹ ਗਰੁੱਪ ਬਣਾ ਕੇ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਢਾਂਚੇ ਦੇ ਵਿੱਚ ਵੱਡੀ ਤਬਦੀਲੀ ਆਉਂਦੇ ਦਿਨਾਂ ਦੇ ਦੌਰਾਨ ਹੋ ਸਕਦੀ ਹੈ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਲਗਾਤਾਰ ਡਰੱਗ ਦਾ ਮੁੱਦਾ ਇਹ ਬਾਗੀ ਸੁਰਾਂ ਰੱਖਣ ਵਾਲੇ ਵੀ ਉਠਾਉਣ ਲੱਗੇ ਆ ਔਰ ਖ਼ਾਸ ਤੌਰ ਦੇ ਉੱਤੇ ਹਾਈ ਕੋਰਟ ਦੇ ਵਿੱਚ ਪਏ ਜਿਹੜੀਆਂ ਰਿਪੋਰਟਾਂ ਨੇ ਉਹਦਾ ਜ਼ਿਕਰ ਇੱਕ ਵਾਰੀ ਫੇਰ ਹੋਣ ਲੱਗਿਆ, ਜਿਹੜਾ ਕਿ ਵਰ੍ਹਿਆਂ ਤੋਂ ਬਿਲਕੁਲ ਠੱਪ ਪਿਆ ਸੀਗਾ। ਕਾਂਗਰਸ ਦੇ ਸੀਨੀਅਰ ਆਗੂ ਤੇ ਬਟਾਲਾ ਤੋਂ 3 ਵਾਰ ਵਿਧਾਇਕ ਰਹੇ ਅਸ਼ਵਨੀ ਸੇਖੜੀ ਦੇ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਬਾਦਲ 'ਚ ਚਰਚਾ ਹੋ ਰਹੀ ਸੀ ਜਾਣ ਦੀ। ਸੇਖੜੀ ਨੇ ਪਿਛਲੇ ਦਿਨਾਂ ਤੋਂ ਇਹ ਮੁੱਦਾ ਉਠਾਇਆ ਸੀ ਕਿ 2 ਦਿਨਾਂ ਤੋਂ ਉਹ 2 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਆ ਮੁੱਖ ਮੰਤਰੀ ਨੂੰ ਮਿਲਣ ਦੀ। ਮੁੱਖ ਮੰਤਰੀ ਉਹਨਾਂ ਨੂੰ ਸਮਾਂ ਹੀ ਨਹੀਂ ਦਿੰਦੇ। ਉਹਨਾਂ ਨੇ ਥਾਂ ਦੇ ਉੱਤੇ ਇਹ ਬਾਗੀ ਸੁਰਾਂ ਜਿਹੜੀਆਂ ਅਪਣਾਈਆਂ ਸੀ। ਜਦੋਂ ਹੁਣ ਵੱਡੇ ਪੱਧਰ ਦੇ ਉੱਤੇ ਚਰਚਾ ਹੋਣ ਲੱਗੀ ਕਿ ਬਟਾਲੇ ਦੇ ਵਿੱਚੋਂ ਅਕਾਲੀ ਦਲ ਬਾਦਲ ਵੀ ਕੋਈ ਹਿੰਦੂ ਫੇਸ ਲੱਭ ਰਿਹਾ ਤੇ ਸੇਖੜੀ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ। ਜਿਹੜੇ ਇਹ ਅਸ਼ਵਨੀ ਸੇਖੜੀ ਨੇ 1985, 2002 ਤੇ 12 ਦੇ ਵਿੱਚ ਬਟਾਲਾ ਤੋਂ ਕਾਂਗਰਸ ਦੇ ਵਿਧਾਇਕ ਰਹੇ ਨੇ। 2002 ਦੇ ਵਿੱਚ ਕਾਂਗਰਸ ਸਰਕਾਰ ਬਣ ਦਿੱਤੇ, ਉਦੋਂ ਰਾਜ ਮੰਤਰੀ ਵੀ ਰਿਹਾ। ਹੁਣ ਜਿਹੜਾ ਇਹ ਕਿਹਾ ਜਾ ਰਿਹਾ ਕਿ ਕੈਪਟਨ ਨੇ ਇਹ ਕਿਹਾ ਕਿ ਨਹੀਂ, ਉਹ ਤਾਂ ਕਾਂਗਰਸੀ ਨੇ ਕਿਤੇ ਨਹੀਂ ਚੱਲੇ, ਸਾਡੇ ਵਿੱਚ ਹੀ ਜਿਹੜਾ ਉਹ ਰਹਿਣਗੇ। ਭਾਵ ਕਿ ਮੁੱਖ ਮੰਤਰੀ ਹੋਰਾਂ ਨੇ ਫੋਨ ਦੇ ਉੱਤੇ ਗੱਲਬਾਤ ਜਿਹੜੀ ਆ ਅਸ਼ਵਨੀ ਸੇਖੜੀ ਹੋਰਾਂ ਨੂੰ ਕਰ ਲਈ ਹੈ। ਇਹ ਵੀ ਇੱਕ ਤਰੀਕਾ ਜਿਹੜਾ ਜੀ ਉਹ ਅਪਣਾ ਲਿਆ ਸ਼ਾਇਦ ਹੁਣ ਕਾਂਗਰਸੀਆਂ ਨੇ ਵੀ। ਉੱਦਾਂ ਤਾਂ ਮੁੱਖ ਮੰਤਰੀ ਕਿਸੇ ਨੂੰ ਫੋਨ ਨਹੀਂ ਕਰਦੇ, ਕਿਸੇ ਨੂੰ ਮਿਲਦੇ ਨਹੀਂ, ਤੇ ਖਬਰ ਫਿਰ ਇਹ ਲਵਾ ਦਿਓ ਕਿ ਫਲਾਂ ਬੰਦਾ ਚੱਲਿਆ ਹੁਣ ਫਲਾਨੀ ਪਾਰਟੀ ਦੇ ਵਿੱਚ, ਤੇ ਫਿਰ ਉਹਨੂੰ ਫੋਨ ਆਉਣਾ ਜਿਹੜਾ ਸ਼ੁਰੂ ਹੋ ਜਾਂਦਾ। ਕਿਉਂਕਿ ਕਾਂਗਰਸ ਇਸ ਵੇਲੇ ਜਿਹੋ ਜਿਹੇ ਹਾਲਾਤਾਂ ਦੇ ਨਾਲ ਲੜ ਰਹੀ ਆ, ਉਹਦੇ ਵਾਸਤੇ ਇਸ ਤਰ੍ਹਾਂ ਦੀ ਕੋਈ ਜਿਹੜੀ ਉਹ ਖਬਰ ਆਉਣੀ ਜਿਹਦੇ ਵਿੱਚ ਕੋਈ ਸਾਬਕਾ ਵਿਧਾਇਕ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਿਹਾ ਔਰ ਉਹ ਇਲਜ਼ਾਮ ਵੀ ਇਹ ਲਾਵੇ
ਕਿ ਮੁੱਖ ਮੰਤਰੀ ਮਿਲਦੇ ਨਹੀਂ, 2 ਸਾਲ ਤੋਂ ਮੈਂ ਉਹਨਾਂ ਤੋਂ ਟਾਈਮ ਮੰਗੀ ਜਾਂਦਾ, ਤੇ ਇਹ ਵੀ ਜਿਹੜੀ ਗਾਜ ਆ ਉਹ ਮੁੱਖ ਮੰਤਰੀ ਦੇ ਉੱਤੇ ਡਿੱਗ ਪੈਣੀ ਹੈ। ਹੁਣ ਮੁੱਖ ਮੰਤਰੀ ਦੇ ਫੋਨ ਆਉਣ ਤੋਂ ਬਾਅਦ ਅਸ਼ਵਨੀ ਸੇਖਰੀ ਕੀ ਸੈਟਿਸਫਾਈਡ ਹੋ ਗਿਆ, ਇਹ ਜਿਹੜਾ ਉਹ ਸਮਾਂ ਦੱਸੂਗਾ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।